ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਪੰਜਾਬ ਹਿਸਟਰੀ ਤੇ ਜੋ ਵੀ ਪੰਜਾਬ ਹਿਸਟਰੀ ਦਾ ਪੰਜਾਬ ਹਿਸਟਰੀ ਐਂਡ ਕਲਚਰ ਦਾ ਜਿੰਨਾ ਵੀ ਸਿਲੇਬਸ ਹੈ ਥਿਓਰੀ ਹੈ ਉਹਨੂੰ ਆਪਾਂ ਕਵਰ ਕਰ ਚੁੱਕੇ ਹਾਂ। ਆਫਟਰ ਦੈਟ ਆਪਾਂ ਇੱਕ MCQ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤੁਸੀਂ ਥਿਓਰੀ ਪੜ੍ਹ ਲਓ। ਆਫਟਰ ਦੈਟ ਤੁਹਾਨੂੰ ਇਹ ਦੱਸਿਆ ਜਾ ਰਿਹਾ ਹੈ ਸੀਰੀਜ਼ ਦੇ ਵਿੱਚ ਕਿ ਐਗਜ਼ਾਮੀਨਰ ਤੁਹਾਨੂੰ ਕੁਐਸਚਨ ਕਿਸ ਤਰੀਕੇ ਦੇ ਪੁੱਟ ਕਰ ਸਕਦਾ ਹੈ MCQ ਬੇਸ। ਸੋ ਆਪਾਂ ਹਰ ਇੱਕ ਟੌਪਿਕ ਦੇ ਡਿਟੇਲ ਵਾਈਜ਼ ਫਸਟਲੀ ਥਿਓਰੀ ਕੀਤੀ ਹੈ। ਆਫਟਰ ਦੈਟ ਆਪਾਂ ਟੌਪਿਕ ਵਾਈਜ਼ ਕੀ ਕਰ ਰਹੇ ਹਾਂ MCQ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਹੈ। ਸੋ ਅੱਜ ਥੋੜੇ ਜਿਹੇ ਮਿਕਸ ਥੋੜੇ ਜਿਹੇ ਫੇਅਰ ਐਂਡ ਫੈਸਟੀਵਲ ਵਾਲੇ ਕੁਐਸਚਨ ਕਰਾਂਗੇ ਜੋ ਰਿਪੀਟਡਲੀ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ। ਸੋ ਫਸਟਲੀ ਤੁਸੀਂ ਹਰ MCQ ਨੂੰ ਕੀ ਕਰਨਾ ਹੈ 30 ਸੈਕਿੰਡ ਦੇ ਵਿੱਚ ਆਨਸਰ ਕਰਨ ਦੀ ਖੁਦ ਕੋਸ਼ਿਸ਼ ਕਰਨੀ ਹੈ। ਆਫਟਰ ਦੈਟ ਦੇਖਣਾ ਹੈ ਕਿ ਮੇਰਾ ਆਨਸਰ ਸਹੀ ਸੀ ਕਿ ਨਹੀਂ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਥਿਓਰੀ ਦਾ ਕਿੰਨਾ ਕੁ ਫਾਇਦਾ ਚੱਕਿਆ। ਸੋ ਅੱਜ ਦਾ ਫਸਟ ਕੁਐਸਚਨ ਹੈ ਜੀ ਸਾਡਾ, ਵਿਚ ਡਾਇਰੈਕਸ਼ਨ ਡਿਡ ਗੁਰੂ ਨਾਨਕ ਦੇਵ ਜੀ ਅੰਡਰਟੇਕ ਦਾ ਫਸਟ ਉਦਾਸੀ। ਦੇਖੋ ਸਾਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਭਰੀਆਂ ਸਨ। ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਭਰੀਆਂ ਸਨ। 4 ਉਦਾਸੀਆਂ ਦਾ ਮਤਲਬ ਕੀ ਸੀ ਕਿ ਉਹਨਾਂ ਨੇ ਚਾਰੋਂ ਦਿਸ਼ਾਵਾਂ ਦੇ ਵਿੱਚ ਲੋਕਾਂ ਨੂੰ ਤਾਰਨ ਦੇ ਲਈ ਉਹਨਾਂ ਨੇ ਇਹ ਉਦਾਸੀਆਂ ਭਰੀਆਂ ਸਨ। ਕੁਐਸਚਨ ਹੁਣ ਕੀ ਪੁੱਛਿਆ ਹੈ ਕਿ ਪਹਿਲੀ ਉਦਾਸੀ ਉਹਨਾਂ ਦੀ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੋਈ ਸੀ, ਤਾਂ ਇਸ ਕੁਐਸਚਨ ਦਾ ਆਨਸਰ ਹੋਏਗਾ ਆਪਸ਼ਨ ਏ, ਈਸਟ ਡਾਇਰੈਕਸ਼ਨ ਦੇ ਵਿੱਚ ਆਪਣੀ ਪਹਿਲੀ ਕੀ ਭਰੀ ਸੀ, ਉਦਾਸੀ ਭਰੀ ਸੀ। ਪੂਰਬ ਦਿਸ਼ਾ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਉਦਾਸੀ ਸੀ ਉਸਨੂੰ ਸਟਾਰਟ ਕੀਤਾ ਸੀ। ਅਗਰ ਗੁਰੂ ਨਾਨਕ ਦੇਵ ਜੀ ਬਾਰੇ ਪੁੱਛਿਆ ਜਾਵੇ, ਦੇਖੋ ਸਾਨੂੰ ਸਭ ਨੂੰ ਪਤਾ ਹੈ ਬੇਸਿਕ ਕੁਐਸਚਨ ਹੁੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ, ਬਟ ਐਗਜ਼ਾਮੀਨਰ ਕੁਐਸਚਨ ਕਿੱਥੋਂ ਪੁੱਛੇਗਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ, ਤਾਂ ਆਨਸਰ ਹੋਏਗਾ ਕਿ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸ਼ਹਿਰ ਵਸਾਇਆ। ਠੀਕ ਹੈ, ਕਰਤਾਰਪੁਰ ਸਾਹਿਬ ਜੋ ਵਸਾਇਆ ਸੀ ਉਹ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ, ਜਿੱਥੇ ਆਪਣੀ ਉਹਨਾਂ ਨੇ ਜ਼ਿੰਦਗੀ ਦੇ ਆਖਰੀ ਪਲ ਸੀ ਬਿਤਾਏ ਸੀ। ਕਰਤਾਰਪੁਰ ਸਾਹਿਬ ਕਿਹਨਾਂ ਦੁਆਰਾ ਵਸਾਇਆ ਗਿਆ? ਗੁਰੂ ਨਾਨਕ ਦੇਵ ਜੀ ਦੇ ਦੁਆਰਾ। ਇਸ ਤੋਂ ਇਲਾਵਾ ਉਹਨਾਂ ਦੀਆਂ ਰਚਨਾਵਾਂ ਦੇ ਵਿੱਚੋਂ ਕੁਐਸਚਨ ਬਹੁਤ ਪੁੱਛੇ ਜਾਂਦੇ ਨੇ ਕਿ ਗੁਰੂ ਨਾਨਕ ਦੇਵ ਜੀ ਦੀਆਂ ਕਿਹੜੀਆਂ ਰਚਨਾਵਾਂ ਨੇ। ਦੇਖਿਆ ਜਾਵੇ ਤਾਂ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਸਿੱਧ ਗੋਸ਼ਟ, ਠੀਕ ਹੈ ਜੀ, ਸਿੱਧ ਗੋਸ਼ਟ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਸ ਤੋਂ ਇਲਾਵਾ ਜਪਜੀ ਸਾਹਿਬ ਹੋ ਗਿਆ, ਸਿੱਧ ਗੋਸ਼ਟ ਹੋ ਗਿਆ, ਕੀਰਤਨ ਸੋਹਿਲਾ, ਠੀਕ ਹੈ ਜੀ, ਕੀਰਤਨ ਸੋਹਿਲਾ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਸ ਤੋਂ ਇਲਾਵਾ ਹੋ ਗਿਆ 12 ਮਾਹਾਂ, ਠੀਕ ਹੈ ਜੀ, 12 ਮਾਹਾਂ ਵੀ ਗੁਰੂ ਨਾਨਕ ਦੇਵ ਜੀ ਦੀ ਹੀ ਰਚਨਾ ਹੈ। ਠੀਕ ਹੈ, ਸੋ ਇਹ ਜਿਹੜੀਆਂ ਰਚਨਾਵਾਂ ਨੇ ਇਸ ਦੇ ਵਿੱਚੋਂ ਬਹੁਤ ਰਿਪੀਟਡਲੀ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਸੋ ਤੁਸੀਂ ਯਾਦ ਰੱਖਣਾ ਹੈ ਜਪਜੀ ਸਾਹਿਬ, ਸਿੱਧ ਗੋਸ਼ਟ, ਦੱਖਣੀ ਓਂਕਾਰ, ਕੀਰਤਨ ਸੋਹਿਲਾ ਤੇ 12 ਮਾਹਾਂ, ਇਹ ਸਾਰੀਆਂ ਕਿਹਨਾਂ ਦੀਆਂ ਰਚਨਾਵਾਂ ਨੇ? ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੇ। ਨੈਕਸਟ ਕੁਐਸਚਨ ਹੈ ਜੀ ਸਾਡਾ, ਇਹ ਪੰਜਾਬ ਦੇ ਤਿਉਹਾਰਾਂ ਦੇ ਵਿੱਚੋਂ ਕੁਐਸਚਨ ਪੁੱਛਿਆ ਗਿਆ ਕਿ ਹੋਲਾ ਮਹੱਲਾ ਫੈਸਟੀਵਲ ਇਜ਼ ਸੈਲੀਬ੍ਰੇਟਡ ਐਟ। ਦੇਖੋ ਵਨ ਆਫ ਦਾ ਫੇਮਸ ਫੈਸਟੀਵਲ ਹੈ ਸਾਡੇ ਪੰਜਾਬ ਦਾ ਹੋਲਾ ਮਹੱਲਾ। ਸਾਨੂੰ ਪਤਾ ਹੈ ਕਿ ਹੋਲਾ ਮਹੱਲਾ ਹੋਲੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਹੈ, ਤੇ ਕਿਹੜੀ ਜਗ੍ਹਾ ਦਾ ਜਿਹੜਾ ਹੋਲਾ ਮਹੱਲਾ ਹੈ ਉਹ ਸਭ ਤੋਂ ਜ਼ਿਆਦਾ ਫੇਮਸ ਹੈ? ਤਾਂ ਆਨਸਰ ਹੋਏਗਾ ਆਪਸ਼ਨ ਡੀ, ਅਨੰਦਪੁਰ ਸਾਹਿਬ। ਠੀਕ ਹੈ ਜੀ, ਅਨੰਦਪੁਰ ਸਾਹਿਬ ਦਾ ਜੋ ਹੋਲਾ ਮਹੱਲਾ ਹੈ ਉਹ ਸਭ ਤੋਂ ਜ਼ਿਆਦਾ ਫੇਮਸ ਹੈ। ਅਨੰਦਪੁਰ ਸਾਹਿਬ ਕਿਸ ਦੇ ਦੁਆਰਾ ਵਸਾਇਆ ਗਿਆ ਹੈ? ਗੁਰੂ ਤੇਗ ਬਹਾਦਰ, ਠੀਕ ਹੈ ਜੀ, ਗੁਰੂ ਤੇਗ ਬਹਾਦਰ ਜੀ ਦੇ ਦੁਆਰਾ ਕੀ ਵਸਾਇਆ ਗਿਆ? ਅਨੰਦਪੁਰ ਸਾਹਿਬ ਵਸਾਇਆ ਗਿਆ, ਜਿਸ ਨੂੰ ਕੀ ਕਿਹਾ ਜਾਂਦਾ ਹੈ? ਵਾਈਟ ਸਿਟੀ ਆਫ ਪੰਜਾਬ ਵੀ ਕਿਹਾ ਜਾਂਦਾ, ਵਾਈਟ ਗੋਲਡ ਜਾਂ ਵਾਈਟ ਸਿਟੀ ਆਫ ਪੰਜਾਬ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਮੱਖੋਵਾਲ ਵੀ ਕਿਹਾ ਜਾਂਦਾ ਹੈ, ਮੱਖੋਵਾਲ ਵੀ ਕਿਹਾ ਜਾਂਦਾ ਹੈ ਅਨੰਦਪੁਰ ਸਾਹਿਬ ਨੂੰ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਕੀ ਕੀਤਾ ਸੀ? ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, 5 ਪਿਆਰਿਆਂ ਦੀ ਚੋਣ ਕੀਤੀ ਸੀ ਅਨੰਦਪੁਰ ਸਾਹਿਬ। ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਬਣ ਜਾਂਦਾ ਹੈ। ਵਾਈ? ਬਿਕਾਜ਼ ਇੱਥੇ ਪੰਜਾਬ ਦਾ ਸਭ ਤੋਂ ਜ਼ਿਆਦਾ ਲਿਟਰੇਸੀ ਰੇਟ ਪਾਇਆ ਜਾਂਦਾ ਹੈ, ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਪਾਏ ਜਾਂਦੇ ਨੇ। ਇੱਥੇ ਪੰਜਾਬ ਦਾ ਸਭ ਤੋਂ ਜ਼ਿਆਦਾ ਫੋਰੈਸਟ ਏਰੀਆ ਮਿਲਦਾ ਹੈ। ਇੱਥੇ ਪੰਜਾਬ ਦੀ ਸਭ ਤੋਂ ਜ਼ਿਆਦਾ ਕੀ ਮਿਲਦੀ ਹੈ? ਸੈਕਸ ਰੇਸ਼ੋ ਵੀ ਹੁਸ਼ਿਆਰਪੁਰ ਦੇ ਵਿੱਚ ਹੀ ਮਿਲਦੀ ਹੈ। ਦੇਖੋ ਨਾਮ ਹੀ ਹੁਸ਼ਿਆਰਪੁਰ ਹੈ ਤਾਂ ਦੈਟ ਮੀਨਸ ਕੀ ਹੋ ਗਿਆ?
ਉੱਥੇ ਪੜ੍ਹੇ ਲਿਖੇ ਲੋਕ ਜ਼ਿਆਦਾ ਹੋਣਗੇ। ਜੇ ਪੜ੍ਹੇ ਲਿਖੇ ਲੋਕ ਹੋਣਗੇ ਤਾਂ ਅਵੇਅਰ ਵੀ ਜ਼ਿਆਦਾ ਹੋਣਗੇ, ਤਾਂ ਕਰਕੇ ਸੈਕਸ ਰੇਸ਼ੋ ਹੈ, ਤਾਂ ਹੀ ਉਹਨਾਂ ਨੇ ਜੰਗਲ ਨੂੰ ਬਚਾ ਕੇ ਰੱਖਿਆ ਹੋਇਆ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਅੰਮ੍ਰਿਤਸਰ ਸਾਹਿਬ ਦੀ, ਅੰਮ੍ਰਿਤਸਰ ਸਾਹਿਬ ਕਿਹੜੇ ਗੁਰੂ ਸਾਹਿਬਾਨ ਜੀ ਨੇ, ਦੇਖੋ ਅੰਮ੍ਰਿਤਸਰ ਸਾਹਿਬ ਦੀ ਅਗਰ ਪਹਿਲਾਂ ਪੁੱਛੀ ਜਾਵੇ ਕਿ ਜਗ੍ਹਾ ਕਿਸਨੇ ਕਿਸ ਨੂੰ ਗਿਫਟ ਦਿੱਤੀ ਸੀ, ਤਾਂ ਅਕਬਰ ਨੇ ਗਿਫਟ ਕੀਤੀ ਸੀ ਇਹ ਜਗ੍ਹਾ ਗੁਰੂ ਅਮਰਦਾਸ ਜੀ ਨੂੰ, ਤੀਸਰੇ ਗੁਰੂ ਸਾਹਿਬਾਨ ਨੂੰ, ਗੁਰੂ ਅਮਰਦਾਸ ਜੀ ਨੂੰ। ਤੇ ਗੁਰੂ ਅਮਰਦਾਸ ਜੀ ਦੇ ਕਹਿਣ ਦੇ ਉੱਤੇ ਸ਼੍ਰੀ ਗੁਰੂ ਸਾਡੇ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਕੀ ਸੀ, ਵਸਾਇਆ ਸੀ। ਅੰਮ੍ਰਿਤਸਰ ਸ਼ਹਿਰ ਕਿਸਨੇ ਵਸਾਇਆ ਸੀ? ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਤੇ ਗੁਰੂ ਰਾਮਦਾਸ ਜੀ ਦੇ ਕਹਿਣ ਦੇ ਉੱਤੇ ਕੰਸਟਰਕਸ਼ਨ ਵਰਕ ਅੰਮ੍ਰਿਤਸਰ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਨੇ ਕੰਪਲੀਟ ਕਰਵਾਇਆ ਸੀ। ਗੁਰੂ ਰਾਮਦਾਸ ਜੀ ਨੇ ਕੀ ਕੀਤਾ ਸੀ? ਆਨੰਦ ਕਾਰਜ ਲਿਖੇ ਸੀ। ਆਨੰਦ ਕਾਰਜ ਜਾਂ ਲਾਵਾ ਕਿਸ ਦੇ ਦੁਆਰਾ ਲਿਖੀਆਂ ਗਈਆਂ ਨੇ? ਗੁਰੂ ਰਾਮਦਾਸ ਜੀ ਦੇ ਦੁਆਰਾ। ਆਨੰਦ ਅਗਰ ਪੁੱਛਿਆ ਜਾਵੇ ਆਨੰਦ ਸਾਹਿਬ, ਤਾਂ ਆਨੰਦ ਸਾਹਿਬ ਗੁਰੂ ਅਮਰਦਾਸ ਜੀ ਦੇ ਦੁਆਰਾ ਲਿਖਿਆ ਗਿਆ ਹੈ। ਜੇ ਪੁੱਛਿਆ ਜਾਵੇ ਸੁਖਮਨੀ ਸਾਹਿਬ, ਤਾਂ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਲਿਖਿਆ ਗਿਆ ਹੈ। ਨੈਕਸਟ ਕੁਐਸਚਨ ਹੈ, ਕਹਿੰਦੇ ਵਿਚ ਵਿਕਟਰੀ ਡਾਂਸ ਇਜ਼ ਰਿਕੋਗਨਾਈਜ਼ੇਬਲ ਬਾਈ ਦਾ ਸੇਇੰਗ ਮੂਵਮੈਂਟ ਆਫ ਦਾ ਹੈਡ। ਕਹਿੰਦੇ ਕਿਹੜਾ ਉਹ ਪੁੱਛੇ ਕੀ ਗਿਆ, ਕਹਿੰਦੇ ਵਿਚ ਵਿਕਟਰੀ ਡਾਂਸ। ਫਸਟਲੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਵਿਕਟਰੀ ਡਾਂਸ ਹੈ, ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜਾ ਡਾਂਸ ਕੀਤਾ ਜਾਂਦਾ ਹੈ ਪੰਜਾਬੀਆਂ ਦੇ ਵੱਲੋਂ, ਉਹ ਕਿਹੜਾ ਕੀਤਾ ਜਾਂਦਾ ਹੈ? ਤੁਸੀਂ ਸੁਣਿਆ ਹੀ ਹੋਏਗਾ, ਘਰ ਦੇ ਵਿੱਚ ਅਗਰ ਕੋਈ ਖੁਸ਼ੀ ਬੱਚਾ ਘਰੇ ਆਉਂਦਾ ਹੈ, ਠੀਕ ਹੈ, ਤਾਂ ਦੈਟ ਮੀਨਸ ਉਹਦਾ ਰਿਜ਼ਲਟ ਵਧੀਆ ਆਉਂਦਾ, ਤਾਂ ਨੱਚਦਾ ਆਉਂਦਾ, ਤਾਂ ਉਹਦੀ ਮਦਰ ਫਾਦਰ ਕੀ ਕਹਿੰਦੇ ਕਿ ਤੂੰ ਕੀ ਲੁੱਡੀਆਂ ਪਾਉਂਦਾ ਆਉਂਦਾ, ਠੀਕ ਹੈ। ਸੋ ਕੀ ਹੈ ਫੇਮਸ ਡਾਂਸ ਕਿਹੜਾ ਹੈ ਜੋ ਕਿ ਜਿੱਤ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਹੈ? ਆਪਸ਼ਨ ਸੀ ਹੈ ਜੀ ਸਾਡਾ ਲੁੱਡੀ, ਠੀਕ ਹੈ ਜੀ, ਲੁੱਡੀ ਹੈ। ਅਗਰ ਸੰਮੀ ਪੁੱਛੀ ਜਾ ਸਕਦੀ ਹੈ, ਸੰਮੀ ਡਾਂਸ ਫੀਮੇਲਸ ਵੱਲੋਂ ਪਰਫਾਰਮ ਕੀਤਾ ਜਾਂਦਾ ਹੈ, ਠੀਕ ਹੈ। ਲੁੱਡੀ ਮੇਲ ਤੇ ਫੀਮੇਲਸ ਵੱਲੋਂ ਪਰਫਾਰਮ ਕੀਤੀ ਜਾਂਦੀ ਹੈ, ਸੰਮੀ ਡਾਂਸ ਫੀਮੇਲ ਵੱਲੋਂ ਪਰਫਾਰਮ ਕੀਤਾ ਜਾਂਦਾ ਹੈ, ਠੀਕ ਹੈ ਜੀ। ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ, ਕਹਿੰਦੇ ਵੈਨ ਡਸ ਰੇਨੀ ਸੀਜ਼ਨ ਇਨ ਪੰਜਾਬ, ਠੀਕ ਹੈ। ਪੰਜਾਬ ਦੇ ਸੀਜ਼ਨਸ ਬਾਰੇ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ। ਵਾਈ? ਬਿਕਾਜ਼ ਪੰਜਾਬ ਦੀਆਂ ਫਸਲਾਂ ਵੀ ਕਿਸ ਦੇ ਉੱਤੇ ਡਿਪੈਂਡ ਕਰਦੀਆਂ ਨੇ? ਪੰਜਾਬ ਦੇ ਸੀਜ਼ਨਸ ਦੇ ਉੱਤੇ ਹੀ, ਵੈਦਰ ਦੇ ਉੱਤੇ, ਮੌਸਮ ਦੇ ਉੱਤੇ ਹੀ ਕੀ ਕਰਦੀਆਂ ਨੇ? ਡਿਪੈਂਡ ਕਰਦੀਆਂ ਨੇ। ਜੇ ਪੁੱਛਿਆ ਜਾਵੇ ਕਿ ਮੌਨਸੂਨ ਸੀਜ਼ਨ ਜਾਂ ਫਿਰ ਰੇਨੀ ਸੀਜ਼ਨ ਹੈ, ਉਹ ਪੰਜਾਬ ਦੇ ਵਿੱਚ ਜੁਲਾਈ ਦੇ ਵਿੱਚ ਸਟਾਰਟ ਹੁੰਦਾ ਹੈ, ਤੇ ਜੂਨ ਜੁਲਾਈ ਦੇ ਵਿੱਚ ਪੰਜਾਬ ਦੇ ਵਿੱਚ ਖਾਰਿਫ ਕ੍ਰੌਪਸ ਉਗਾਈਆਂ ਜਾਂਦੀਆਂ, ਠੀਕ ਹੈ ਜੀ। ਖਾਰਿਫ ਕ੍ਰੌਪਸ ਨੂੰ ਮੌਨਸੂਨ ਫਸਲਾਂ ਵੀ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਅਗਰ ਅਸੀਂ ਲੈਣਾ ਹੋਵੇ ਤਾਂ ਰਾਈਸ, ਠੀਕ ਹੈ ਜੀ, ਰਾਈਸ ਉਗਾਏ ਜਾਂਦੇ ਨੇ ਖਾਰਿਫ ਕ੍ਰੌਪ ਦੇ ਵਿੱਚ। ਅਗਰ ਪੁੱਛਿਆ ਜਾਵੇ ਕਿ ਫਿਰ ਇਹਨਾਂ ਨੂੰ ਦੇਖੋ ਇਹਨਾਂ ਨੂੰ ਉਗਾਇਆ ਤਾਂ ਜੂਨ ਜੁਲਾਈ ਦੇ ਵਿੱਚ ਜਾਂਦਾ ਹੈ, ਅਕਤੂਬਰ ਨਵੰਬਰ ਦੇ ਵਿੱਚ ਇਸ ਨੂੰ ਕਲਟੀਵੇਟ ਕਰ ਲਿਆ ਜਾਂਦਾ ਹੈ। ਆਫਟਰ ਦੈਟ ਅਕਤੂਬਰ ਨਵੰਬਰ ਦੇ ਵਿੱਚ ਸੌਣ ਕੀ ਕੀਤਾ ਜਾਂਦਾ, ਬੀਜਿਆ ਕੀ ਜਾਂਦਾ ਹੈ, ਤਾਂ ਰਬੀ ਕ੍ਰੌਪ ਨੂੰ ਬੀਜਿਆ ਜਾਂਦਾ ਹੈ। ਰਬੀ ਕ੍ਰੌਪਸ ਵਿੰਟਰ ਕ੍ਰੌਪਸ ਕਿਹਾ ਜਾਂਦਾ ਹੈ, ਠੀਕ ਹੈ ਜੀ। ਰਬੀ ਕ੍ਰੌਪਸ ਨੂੰ ਵਿੰਟਰ ਕ੍ਰੌਪਸ ਵੀ ਕਿਹਾ ਜਾਂਦਾ ਹੈ। ਸੋ ਆਪਾਂ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਕਾਮਾਗਾਟਾ ਮਾਰੂ ਵਾਸ ਦਾ ਨੇਮ ਆਫ। ਕਹਿੰਦੇ ਕਾਮਾਗਾਟਾ ਮਾਰੂ ਕੀ ਸੀ? ਇਹ ਬਹੁਤ ਵਾਰ ਰਿਪੀਟਡਲੀ ਪੰਜਾਬ ਦੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਇਸ ਦੇ ਰਿਗਾਰਡਿੰਗ ਕਿ ਕਾਮਾਗਾਟਾ ਮਾਰੂ ਕੀ ਸੀ, ਤੇ ਇਸ ਟੌਪਿਕ ਦੇ ਰਿਗਾਰਡਿੰਗ ਐਗਜ਼ਾਮ ਦੇ ਵਿੱਚ ਕੁਐਸਚਨ ਬਹੁਤ ਪੁੱਛੇ ਜਾਂਦੇ ਨੇ। ਫਸਟਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਾਮਾਗਾਟਾ ਮਾਰੂ ਇੱਕ ਸ਼ਿਪ ਸੀ, ਠੀਕ ਹੈ ਜੀ। ਇਹ ਸ਼ਿਪ ਸੀ, ਇਹ 1914 ਦੇ ਵਿੱਚ ਜਾਪਾਨ ਵੱਲੋਂ ਇੰਡੀਆ ਨੇ ਕੀ ਕੀਤੀ ਸੀ? ਪਰਚੇਸ ਕੀਤੀ ਸੀ। ਜਾਪਾਨ ਤੋਂ ਪਰਚੇਸ ਕੀਤੀ ਸੀ ਇੰਡੀਅਨਸ ਨੇ, ਕਦੋਂ? 1914 ਦੇ ਵਿੱਚ। ਇਹ ਇੱਕ ਕੀ ਸੀ? ਸ਼ਿਪ ਸੀ। ਤੇ ਇਸ ਦੇ ਜੋ ਇਸ ਨੂੰ ਚਲਾਇਆ ਗਿਆ ਸੀ ਜਾਂ ਪਰਚੇਸ ਕੀਤਾ ਗਿਆ ਸੀ, ਕਿਸ ਨੇ ਕੀਤਾ ਸੀ? ਬਾਬਾ ਗੁਰਦਿੱਤ ਜੀ ਨੇ, ਠੀਕ ਹੈ। ਬਾਬਾ ਗੁਰਦਿੱਤ ਜੀ ਨੇ ਇਸ ਨੂੰ ਕੀ ਕੀਤਾ ਸੀ? ਪਰਚੇਸ ਕੀਤਾ ਸੀ, ਜਾਂ ਇਸ ਨੂੰ ਕਹਿ ਲਓ ਕਿ ਇਸ ਨੂੰ ਚਲਾਇਆ ਗਿਆ ਸੀ ਬਾਬਾ ਗੁਰਦਿੱਤ ਜੀ ਦੇ ਦੁਆਰਾ। ਕਾਮਾਗਾਟਾ ਮਾਰੂ ਸੀ ਜੋ ਇਹ ਇੱਕ ਜਹਾਜ਼ ਸੀ ਜਿਸ ਦੇ ਵਿੱਚ 300 ਪਲੱਸ ਪੈਸੰਜਰ ਸੀ, ਜੋ ਕਿੱਥੇ ਗਏ ਸੀ? ਵੈਨਕੂਵਰ ਦੇ ਵਿੱਚ ਗਏ ਸੀ, ਠੀਕ ਹੈ ਜੀ। ਵੈਨਕੂਵਰ ਦੇ ਵਿੱਚ ਗਏ ਤਾਂ ਉੱਥੇ ਵੈਨਕੂਵਰ ਦੇ ਵਿੱਚ ਜਦੋਂ ਉਹਨਾਂ ਦਾ ਵੈਲਕਮ ਨਾ ਕੀਤਾ ਗਿਆ ਤਾਂ ਉਹ ਸ਼ਿਪ ਵਾਪਿਸ ਆਈ ਸੀ ਇੰਡੀਆ, ਤੇ ਇੰਡੀਆ ਆ ਕੇ ਉਹ ਜਿਹੜੀ ਸ਼ਿਪ ਹੈ ਉਹ ਬਜਬਜ ਫੋਰਟ ਦੇ ਉੱਤੇ, ਬਜਬਜ ਫੋਰਟ ਦੇ ਉੱਤੇ ਆ ਕੇ ਰੁਕੀ ਸੀ, ਜਿੱਥੇ ਬ੍ਰਿਟਿਸ਼ ਸਰਕਾਰ ਨੇ ਕੀ ਕਰਤਾ ਸੀ? ਗੋਲੀਆਂ ਚਲਾਉਣ ਦਾ ਹੁਕਮ ਦੇਤਾ ਸੀ, ਜਿਸ ਕਰਕੇ 20 ਸਮਥਿੰਗ ਜੋ ਸਿੱਖ ਸੀ ਇਸ ਦੇ ਵਿੱਚ ਸ਼ਹੀਦ ਹੋ ਗਏ ਸੀ। ਸੋ ਨੈਕਸਟ ਕੁਐਸਚਨ ਹੈ, ਕਹਿੰਦੇ ਵਿਚ ਕ੍ਰੌਪ ਇਜ਼ ਕਲਟੀਵੇਟਡ ਆਲਮੋਸਟ ਇਨ ਐਵਰੀ ਡਿਸਟ੍ਰਿਕਟ ਆਫ ਪੰਜਾਬ। ਇਹ ਵੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ, TCS ਨੇ ਪੁੱਛਿਆ ਸੀ ਕਿ ਪੰਜਾਬ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਮੇਨਲੀ ਕਿਹੜੀ ਫਸਲ ਉਗਾਈ ਜਾਂਦੀ ਹੈ?
ਤਾਂ ਤੁਹਾਨੂੰ ਪਤਾ ਹੋਣਾ ਕਿ ਪੰਜਾਬ ਦੇ ਆਲਮੋਸਟ ਸਾਰੀ ਸਿਟੀਜ਼ ਦੇ ਵਿੱਚ ਉਗਾਈ ਜਾਂਦੀ ਹੈ ਸਾਡੀ ਕਣਕ, ਠੀਕ ਹੈ। ਆਪਸ਼ਨ ਡੀ ਇਜ਼ ਅ ਰਾਈਟ ਆਨਸਰ। ਪੰਜਾਬ ਦੇ ਮੋਸਟ ਆਫ ਜਿਹੜੇ ਸਿਟੀਜ਼ ਹੈ ਉਹਨਾਂ ਦੇ ਵਿੱਚ ਕੀ ਉਗਾਈ ਜਾਂਦੀ ਹੈ, ਕਣਕ ਉਗਾਈ ਜਾਂਦੀ ਹੈ। ਕਣਕ ਕੀ ਹੈ, ਵੀਟ ਕੀ ਹੈ, ਵੀਟ ਸਾਡੀ ਰਬੀ ਕ੍ਰੌਪ ਹੈ, ਠੀਕ ਹੈ ਜੀ। ਰਬੀ ਕ੍ਰੌਪ ਜਾਂ ਤੁਸੀਂ ਇਸ ਨੂੰ ਕਹਿ ਸਕਦੇ ਹੋ ਇਹ ਸਾਡੀ ਇੱਕ ਵਿੰਟਰ ਕ੍ਰੌਪ ਹੈ ਜਿਸ ਨੂੰ ਅਕਤੂਬਰ ਨਵੰਬਰ ਦੇ ਵਿੱਚ ਉਗਾਇਆ ਜਾਂਦਾ ਹੈ ਤੇ ਅਪ੍ਰੈਲ ਮਾਰਚ ਦੇ ਵਿੱਚ ਕੀ ਕਰ ਲਿਆ ਜਾਂਦਾ ਹੈ, ਅਪ੍ਰੈਲ ਮਾਰਚ ਦੇ ਵਿੱਚ ਇਸ ਨੂੰ ਕੱਟ ਲਿਆ ਜਾਂਦਾ ਹੈ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਸਾਡੇ ornaments ਦੇ ਵਿੱਚ ਕੁਐਸਚਨ ਪੁੱਛਿਆ ਗਿਆ ਹੈ, ਫੁੰਮਣੀ is an ornament in Punjab, this ornament is worn in। ਪੁੱਛਿਆ ਗਿਆ ਕਿ ਜਿਹੜਾ ਫੁੰਮਣੀ ਜਿਹੜਾ ਗਹਿਣਾ ਹੈ ਪੰਜਾਬ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹ ਵੀ ਪੁੱਛਿਆ ਜਾ ਸਕਦਾ ਹੈ ਮੇਲਸ ਪਾਉਂਦੇ ਨੇ ਕਿ ਫੀਮੇਲਸ ਪਾਉਂਦੇ ਨੇ ਤੇ ਇਹ ਵੀਅਰ ਕਿੱਥੇ ਕੀਤਾ ਜਾਂਦਾ ਹੈ, ਠੀਕ ਹੈ। ਐਗਜ਼ਾਮ ਪੁਆਇੰਟ ਆਫ View ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੋ ਫੁੰਮਣੀ ਹੈ ਉਸ ਨੂੰ ਕੰਨਾਂ ਦੇ ਵਿੱਚ ਪਾਇਆ ਜਾਂਦਾ ਹੈ। ਤੁਸੀਂ ਇਸ ਤਰੀਕੇ ਦੇ ਨਾਲ ਈਅਰਿੰਗਸ ਦੇਖੇ ਹੋਣਗੇ, ਠੀਕ ਹੈ, ਜੋ ਆਲਮੋਸਟ ਜਾਗੋ ਦੇ ਵਿੱਚ ਜ਼ਿਆਦਾ ਚੱਲਦੇ ਨੇ। ਸੋ ਫੁੰਮਣੀ ਨੂੰ ਕਿੰਨਾਂ ਦੇ ਵਿੱਚ ਪਾਇਆ ਜਾਂਦਾ ਹੈ, ਕੰਨਾਂ ਦੇ ਵਿੱਚ ਪਾਇਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਗਿਆਨੀ ਸੱਚਰ ਫਾਰਮੂਲਾ ਵਾਸ ਫਾਰਮਡ ਬਾय, ਕਹਿੰਦੇ ਜਿਹੜਾ ਗਿਆਨੀ ਸੱਚਰ ਫਾਰਮੂਲਾ ਆਇਆ ਸੀ ਉਹ ਕਿਸ ਦੇ ਦੁਆਰਾ ਬਣਾਇਆ ਗਿਆ ਸੀ। ਐਗਜ਼ਾਮ ਪੁਆਇੰਟ ਆਫ View ਨਾਲ ਬਹੁਤ ਇੰਪੋਰਟੈਂਟ ਹੈ, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ ਕਿ ਗਿਆਨੀ, ਦੇਖੋ ਗਿਆਨੀ ਸੱਚਰ ਜੀ, ਭੀਮ ਸੈਨ ਸੱਚਰ ਦਾ ਸਭ ਨੂੰ ਪਤਾ ਹੈ ਕਿ ਇਹਦੇ ਵਿੱਚ ਇੱਕ ਭੀਮ ਸੈਨ ਸੱਚਰ ਬੰਦਾ ਇਨਵੋਲਵ ਸੀ। ਦੂਸਰੇ ਬੰਦੇ ਬਾਰੇ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਉਹ ਸਨ ਗਿਆਨੀ ਕਰਤਾਰ ਸਿੰਘ, ਠੀਕ ਹੈ। ਸੱਚਰ ਭੀਮ ਸੈਨ ਦੇ ਨਾਮ ਦਾ ਲੱਗਿਆ ਸੀ ਤੇ ਕਰਤਾਰ ਕਿਹਦਾ ਲੱਗਿਆ ਸੀ, ਗਿਆਨੀ ਕਰਤਾਰ ਸਿੰਘ ਗਿਆਨੀ ਦਾ ਗਿਆਨੀ ਵਰਡ ਯੂਜ਼ ਕੀਤਾ ਗਿਆ ਸੀ, ਠੀਕ ਹੈ। ਸੋ ਇਸ ਨੂੰ ਮਿਲਾ ਕੇ ਕੀ ਬਣਾਇਆ ਗਿਆ ਸੀ, ਗਿਆਨੀ ਸੱਚਰ ਫਾਰਮੂਲਾ। ਸੋ ਕੌਣ ਕੌਣ ਇਨਵੋਲਵ ਸਨ, ਕਿਹਨਾਂ ਦੇ ਦੁਆਰਾ ਬਣਾਇਆ ਗਿਆ ਸੀ, ਭੀਮ ਸੈਨ ਸੱਚਰ ਤੇ ਗਿਆਨੀ ਕਰਤਾਰ ਸਿੰਘ। ਆਪਸ਼ਨ ਏ ਇਜ਼ ਅ ਰਾਈਟ ਆਨਸਰ। ਸੋ ਆਪਾਂ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਫਿਰ ਉਹੀ ਸਾਡਾ ਡਾਂਸਿਸ ਦੇ ਵਿੱਚੋਂ ਕੁਐਸਚਨ ਹੈ। ਇਹ ਰਿਪੀਟਡਲੀ ਐਗਜ਼ਾਮ ਦੇ ਵਿੱਚ ਆਏ ਹੋਏ ਕੁਐਸਚਨ ਨੇ ਜਿਹੜੇ ਆਪਾਂ ਇੱਥੇ ਡਿਸਕਸ ਕਰ ਰਹੇ ਹਾਂ। ਕਹਿੰਦੇ ਸੰਮੀ ਇਜ਼ ਅ ਟ੍ਰੈਡੀਸ਼ਨਲ ਡਾਂਸ ਆਫ ਪੰਜਾਬ, ਇਟ ਇਜ਼ ਪਪੂਲਰ ਇਨ ਵਿਚ ਏਰੀਆ। ਕਹਿੰਦੇ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਸੰਮੀ ਜਿਹੜਾ ਡਾਂਸ ਹੈ ਉਹ ਪੰਜਾਬ ਦੇ ਵਿੱਚ ਇੱਕ ਟ੍ਰੈਡੀਸ਼ਨਲ ਡਾਂਸ ਹੈ ਪੰਜਾਬ ਦਾ, ਤੇ ਪਰਫਾਰਮ ਕਿੰਨਾ ਵੱਲੋਂ ਕੀਤਾ ਜਾਂਦਾ ਹੈ, ਇਹ ਪੰਜਾਬ ਦੀਆਂ ਮੁਟਿਆਰਾਂ, ਠੀਕ ਹੈ ਜੀ, ਪੰਜਾਬ ਦੀਆਂ ਫੀਮੇਲਸ ਦੇ ਵੱਲੋਂ ਇਹ ਪਰਫਾਰਮ ਕੀਤਾ ਜਾਂਦਾ ਹੈ। ਕਿਹੜਾ ਡਾਂਸ, ਸੰਮੀ ਡਾਂਸ, ਠੀਕ ਹੈ ਜੀ। ਤੇ ਮੈਂ ਵਾਰੀ ਮੇਰੀ ਸੰਮੀ, ਇਸ ਤਰੀਕੇ ਦੇ ਨਾਲ ਕੁਝ ਇਹਦੇ ਲਿਰਿਕਸ ਹੁੰਦੇ ਨੇ। ਸੋ ਇਹ ਕਿੱਥੇ ਫੇਮਸ ਹੈ, ਇਹ ਹੈ ਜੀ ਆਪਸ਼ਨ ਏ ਸੰਦਲਬਾਰ ਰੀਜਨ ਦੇ ਵਿੱਚ, ਠੀਕ ਹੈ ਜੀ। ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਫੇਮਸ ਹੈ, ਇਹ ਸੰਦਲਬਾਰ ਏਰੀਆ ਦੇ ਵਿੱਚ ਜ਼ਿਆਦਾ ਫੇਮਸ ਹੈ। ਆਪਸ਼ਨ ਏ ਇਜ਼ ਅ ਰਾਈਟ ਆਨਸਰ। ਨੈਕਸਟ ਕੁਐਸਚਨ ਹੈ, ਕਹਿੰਦੇ ਦਾ ਜਰਗ ਫੈਸਟੀਵਲ ਇਜ਼ ਹੈਲਡ ਇਨ ਚੇਤ ਇਨ ਦਾ ਆਨਰ ਆਫ। ਦੇਖੋ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ। ਜਰਗ ਦਾ ਮੇਲਾ, ਠੀਕ ਹੈ, ਜਰਗ ਦਾ ਮੇਲਾ ਬਹੁਤ ਵਾਰ ਪੁੱਛਿਆ ਜਾਂਦਾ ਹੈ। ਬਾਬਾ ਸੋਦਲ ਦਾ ਮੇਲਾ ਬਹੁਤ ਵਾਰ ਪੁੱਛਿਆ ਜਾਂਦਾ ਹੈ, ਠੀਕ ਹੈ। ਸੋ ਇਹ ਕੁਐਸਚਨ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿ ਮਨਾਏ ਕਿੱਥੇ ਜਾਂਦੇ ਨੇ, ਕਿਸ ਦੀ ਯਾਦ ਦੇ ਵਿੱਚ ਮਨਾਏ ਜਾਂਦੇ ਨੇ, ਠੀਕ ਹੈ। ਸੋ ਇਹ ਪੁੱਛਿਆ ਗਿਆ ਕਿ ਜਰਗ ਦਾ ਮੇਲਾ ਹੈ ਜਿਹੜਾ ਉਹ ਪਹਿਲੀ ਗੱਲ ਉਹ ਕਿਹੜੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ, ਇਹ ਵੀ ਪਤਾ ਹੋਣਾ ਚਾਹੀਦਾ ਕਿ ਚੇਤ ਦੇ ਮਹੀਨੇ ਦੇ ਵਿੱਚ ਜਿਹੜਾ ਜਰਗ ਦਾ ਮੇਲਾ ਹੈ ਇਹ ਕਿੱਥੇ ਮਨਾਇਆ ਜਾਂਦਾ, ਜਲੰਧਰ ਸਿਟੀ ਦੇ ਵਿੱਚ, ਠੀਕ ਹੈ ਜੀ। ਜਲੰਧਰ ਸਿਟੀ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਇਹ ਕਿਸ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ, ਇਹ ਮਨਾਇਆ ਜਾਂਦਾ ਹੈ ਆਪਸ਼ਨ ਸੀ ਗੋਡੈਸ ਸੀਤਲਾ, ਠੀਕ ਹੈ ਜੀ। ਸ਼ੀਤਲਾ ਮਾਤਾ ਦੀ ਯਾਦ ਦੇ ਵਿੱਚ ਇਹ ਜੋ ਜਰਗ ਦਾ ਮੇਲਾ ਹੈ ਜਲੰਧਰ ਦੇ ਵਿੱਚ ਚੇਤ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ। ਬਾਬਾ ਸੋਦਲ ਦਾ ਮੇਲਾ ਵੀ ਪੁੱਛਿਆ ਜਾ ਸਕਦਾ ਹੈ, ਠੀਕ ਹੈ ਜੀ। ਬਾਬਾ ਸੋਦਲ ਦਾ ਮੇਲਾ ਵੀ ਪੁੱਛਿਆ ਜਾ ਸਕਦਾ ਹੈ ਜੋ ਕਿੱਥੇ ਮਨਾਇਆ ਜਾਂਦਾ ਹੈ, ਵੀ ਜਲੰਧਰ ਦੇ ਵਿੱਚ ਹੀ ਮਨਾਇਆ ਜਾਂਦਾ ਹੈ ਬਾਬਾ ਸੋਦਲ ਦਾ ਮੇਲਾ। ਇਸ ਤੋਂ ਇਲਾਵਾ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਜੋ ਫੈਸਟੀਵਲ ਲਾਈਟਸ ਦਾ, ਠੀਕ ਹੈ, ਰੋਸ਼ਨੀ ਦਾ ਮੇਲਾ ਕਿਸ ਨੂੰ ਕਿਹਾ ਜਾਂਦਾ ਹੈ ਜਾਂ ਕਿੱਥੇ ਮਨਾਇਆ ਜਾਂਦਾ ਹੈ, ਠੀਕ ਹੈ। ਰੋਸ਼ਨੀ ਦਾ ਮੇਲਾ ਜਗਰਾਉਂ, ਠੀਕ ਹੈ, ਜਗਰਾਉਂ ਲੁਧਿਆਣੇ ਦੇ ਵਿੱਚ ਮਨਾਇਆ ਜਾਂਦਾ ਹੈ, ਜਿਹੜਾ ਫੇਅਰ ਆਫ ਲਾਈਟਸ ਕਹਿ ਦਿੰਦੇ ਨੇ, ਠੀਕ ਹੈ। ਰੋਸ਼ਨੀ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ, ਜਗਰਾਉਂ ਲੁਧਿਆਣੇ ਦੇ ਵਿੱਚ ਮਨਾਇਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਜੀ, ਕਹਿੰਦੇ ਦਾ ਪੰਜਾਬੀ ਲੈਂਗੁਏਜ ਇਜ਼ ਲਿਸਟਡ ਇਨ ਵਿਚ ਸ਼ਡਿਊਲ ਆਫ ਕਨਸਟੀਟਿਊਸ਼ਨ ਆਫ ਇੰਡੀਆ। ਸਾਨੂੰ ਪਤਾ ਹੈ ਕਿ ਪੰਜਾਬੀ ਕੀ ਹੈ, ਇੱਕ ਆਫੀਸ਼ੀਅਲ ਭਾਸ਼ਾ ਹੈ ਤੇ ਪੁੱਛਿਆ ਗਿਆ ਕਿ ਕਿਹੜੇ ਸਾਡੇ ਕਨਸਟੀਟਿਊਸ਼ਨ ਦੇ ਕਿਹੜੇ ਸ਼ਡਿਊਲ ਦੇ ਵਿੱਚ ਐਡ ਕੀਤਾ ਗਿਆ ਇਸ ਨੂੰ। ਜਿਵੇਂ ਹੁਣ ਆਪਾਂ ਪੋਲਿਟੀ ਦੀ ਹੀ ਗੱਲ ਚੱਲ ਪਈ ਇੱਕ ਹਿਸਾਬ ਦੀ, ਠੀਕ ਹੈ। ਸਭ ਨੂੰ ਪਤਾ ਹੈ ਕਿ ਜੋ ਸਾਡਾ ਸੰਵਿਧਾਨ ਸੀ ਇਹਨੂੰ ਅਡਾਪਟ ਕੀਤਾ ਗਿਆ ਸੀ 26 ਨਵੰਬਰ
1949 ਦੇ ਵਿੱਚ ਤੇ 26 ਜਨਵਰੀ 1950 ਦੇ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਸੀ, ਜਿਸ ਦੀ ਯਾਦ ਦੇ ਵਿੱਚ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਤੇ ਇਸ ਸਮੇਂ ਸਾਡੇ ਜਦੋਂ ਇਹ ਇਨੀਸ਼ੀਅਲੀ ਬਣਿਆ ਸੀ ਸਾਡਾ ਸੰਵਿਧਾਨ, ਉਸ ਸਮੇਂ 395 ਆਰਟੀਕਲ ਸਨ, 22 ਪਾਰਟ ਸਨ ਤੇ 8 ਸ਼ਡਿਊਲ ਸਨ। ਅੱਜ ਦੀ ਗੱਲ ਕੀਤੀ ਜਾਵੇ ਤਾਂ 465 ਪਲੱਸ ਸਾਡੇ ਆਰਟੀਕਲਸ ਨੇ, 25 ਸਾਡੇ ਪਾਰਟਸ ਨੇ ਤੇ 12 ਸ਼ਡਿਊਲ ਨੇ। ਤੇ ਇੱਕ ਸ਼ਡਿਊਲ ਦੇ ਵਿੱਚ ਅਫੀਸ਼ੀਅਲ ਲੈਂਗੁਏਜਸ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਪੰਜਾਬੀ ਲੈਂਗੁਏਜ ਵੀ ਐਡ ਹੈ, ਤਾਂ ਉਹ ਸਾਡਾ ਸ਼ਡਿਊਲ ਹੈ ਆਪਸ਼ਨ ਸੀ, ਸ਼ਡਿਊਲ 8। ਠੀਕ ਹੈ ਜੀ, 8ਵਾਂ ਸ਼ਡਿਊਲ ਹੈ ਜਿਸ ਦੇ ਵਿੱਚ ਇਸ ਨੂੰ ਐਡ ਕੀਤਾ ਗਿਆ। ਸੋ ਸਭ ਨੂੰ ਪਤਾ ਹੈ ਕਿ ਸਾਡੇ ਕਿੰਨੇ ਸ਼ਡਿਊਲ ਨੇ, 12 ਸ਼ਡਿਊਲ ਨੇ। ਇਸ ਨੂੰ ਯਾਦ ਰੱਖਣ ਦੇ ਲਈ ਤੁਸੀਂ ਟ੍ਰਿਕ ਤਾਂ ਬਣਾਈ ਹੁੰਦੀ ਹੈ, ਟੀਅਰਸ ਆਫ 올ਡ ਪੀਐਮ। ਠੀਕ ਹੈ ਜੀ, ਟੀਅਰਸ ਆਫ 올ਡ ਪੀਐਮ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਚੌਥੇ, ਪੰਜਵੇਂ, ਛੇਵੇਂ ਸ਼ਡਿਊਲ ਦੇ ਵਿੱਚ ਕੀ ਕੀ ਦਿੱਤਾ ਹੋਇਆ। ਜੇ ਆਪਾਂ ਗੱਲ ਕਰੀਏ ਟੀਅਰਸ ਆਫ 올ਡ ਪੀਐਮ ਦੀ, ਕਿ ਇਹਦੀ ਫੁੱਲ ਫਾਰਮ ਕੀ ਹੈ, ਕਿ ਕਿਵੇਂ ਤੁਹਾਨੂੰ ਸ਼ਡਿਊਲ ਯਾਦ ਰਹਿੰਦੇ ਨੇ। ਸਭ ਨੂੰ ਪਤਾ ਹੈ ਕਿ ਪਹਿਲੇ ਸ਼ਡਿਊਲ ਦੇ ਵਿੱਚ ਟੀ ਫॉर ਯੂਨੀਅਨ ਐਂਡ ਟੈਰੀਟਰੀਜ਼ ਤੋਂ ਯਾਦ ਰੱਖਦੇ ਨੇ। ਸੈਕੰਡ ਸ਼ਡਿਊਲ ਦੇ ਵਿੱਚ ਇਮੋਲੂਮੈਂਟਸ, ਸੈਲਰੀਜ਼ ਦਿੱਤੀਆਂ ਜਾਂਦੀਆਂ ਕੁਝ ਅਫੀਸ਼ੀਅਲ ਲੋਕਾਂ ਦੀਆਂ, ਫॉर ਐਗਜ਼ਾਮਪਲ ਸਾਡੇ ਪ੍ਰਾਈਮ ਮਿਨਿਸਟਰ ਹੋ ਗਏ, ਸਾਡੇ ਪ੍ਰੈਜ਼ੀਡੈਂਟ ਹੋ ਗਏ, ਸਾਡੇ ਸੁਪਰੀਮ ਕੋਰਟ ਦੇ ਜੱਜਿਸ ਹੋ ਗਏ, ਸਾਡਾ ਹਾਈ ਕੋਰਟ ਦੇ ਜੱਜਿਸ ਹੋ ਗਏ। ਠੀਕ ਹੈ, ਕਾਉਂਸਿਲ ਆਫ ਮਿਨਿਸਟਰ ਹੋ ਗਈ। ਤੇ ਇਸ ਤੋਂ ਇਲਾਵਾ ਕੰਟਰੋਲਰ, ਆਡੀਟਰ ਜਨਰਲ, ਸਪੀਕਰ ਆਫ ਲੋਕ ਸਭਾ, ਡਿਪਟੀ ਸਪੀਕਰ ਆਫ ਲੋਕ ਸਭਾ, ਚੇਅਰਮੈਨ ਰਾਜ ਸਭਾ ਦਾ, ਡਿਪਟੀ ਚੇਅਰਮੈਨ ਆਫ ਰਾਜ ਸਭਾ। ਇਹਨਾਂ ਸਭ ਦੀ ਜਿਹੜੀ ਤਨਖਾਹ ਹੈ ਇਹ ਕਿਹਦੇ ਵਿੱਚ ਦਿੱਤੀ ਗਈ ਹੈ, ਸੈਕਿੰਡ ਸ਼ਡਿਊਲ ਦੇ ਵਿੱਚ। ਥਰਡ ਸ਼ਡਿਊਲ ਤੇ A ਫॉर ਐਫਰਮੇਸ਼ਨ, ਓਥ, ਕਸਮ ਬਾਰੇ ਦੱਸਿਆ ਗਿਆ। R ਫॉर ਰਾਜ ਸਭਾ ਜੋ ਫੋਰਥ ਸ਼ਡਿਊਲ ਹੈ ਉਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਰਾਜ ਸਭਾ ਦੀਆਂ ਸੀਟਸ ਕਿਵੇਂ ਐਲੋਕੇਟ ਕੀਤੀਆਂ ਜਾਂਦੀਆਂ ਕਿਸੇ ਸਟੇਟਸ ਨੂੰ। ਇਸ ਤੋਂ ਇਲਾਵਾ ਫਿਫਥ ਸ਼ਡਿਊਲ ਦੇ ਵਿੱਚ ਕੰਟਰੋਲ ਤੇ ਐਡਮਿਨਿਸਟ੍ਰੇਸ਼ਨ ਆਫ ਸ਼ਡਿਊਲ ਏਰੀਆਜ਼ ਐਂਡ ਸ਼ਡਿਊਲ ਟ੍ਰਾਈਬਸ ਬਾਰੇ ਗੱਲ ਕੀਤੀ ਗਈ ਹੈ, ਕਿਹਨਾਂ ਨੂੰ ਛੱਡ ਕੇ, ਅਸਮ, ਤ੍ਰਿਪੁਰਾ ਤੇ ਸਾਡਾ ਮੇਘਾਲਿਆ, ਮਿਜ਼ੋਰਮ ਨੂੰ ਛੱਡ ਕੇ, ਮਨੀਪੁਰ, ਮਿਜ਼ੋਰਮ ਨੂੰ ਛੱਡ ਕੇ। ਨੈਕਸਟ ਹੈ ਜੀ ਅਦਰ ਸ਼ਡਿਊਲ ਏਰੀਆਜ਼ ਦੀ ਗੱਲ, ਜਿਹੜੇ ਬਚ ਗਏ ਨੇ ਉਹਨਾਂ ਦੀ ਗੱਲ 6th ਸ਼ਡਿਊਲ ਦੇ ਵਿੱਚ ਕੀਤੀ ਗਈ ਹੈ। 7th ਸ਼ਡਿਊਲ ਦੇ ਵਿੱਚ F ਫॉर ਫੈਡਰਲ ਸਟਰਕਚਰ। ਫੈਡਰਲ ਸਟਰਕਚਰ ਦੇ ਮਤਲਬ ਕੀ ਹੈ ਕਿ ਪਾਵਰਸ ਸੈਂਟਰ ਸਟੇਟ ਦੇ ਵਿੱਚ ਕਿਵੇਂ ਵੰਡੀਆਂ ਹੋਈਆਂ। 3 ਲਿਸਟਾਂ ਦੀ ਗੱਲ ਕੀਤੀ ਗਈ ਹੈ, ਸਟੇਟ ਲਿਸਟ, ਯੂਨੀਅਨ ਲਿਸਟ ਤੇ ਕੌਨਕਰੈਂਟ ਲਿਸਟ। ਨੈਕਸਟ ਗੱਲ ਕਰੀਏ O ਫॉर 8th ਸ਼ਡਿਊਲ, ਜਿਹਦੀ ਆਪਾਂ ਗੱਲ ਕੀਤੀ ਹੈ ਅਫੀਸ਼ੀਅਲ ਲੈਂਗੁਏਜਸ ਦੀ ਗੱਲ ਕੀਤੀ ਗਈ ਹੈ, 22 ਅਫੀਸ਼ੀਅਲ ਲੈਂਗੁਏਜਸ ਹੈ। ਸਾਡਾ ਨੈਕਸਟ ਸ਼ਡਿਊਲ ਹੈ 9th ਸ਼ਡਿਊਲ, ਇਹਦੇ ਵਿੱਚ ਲੈਂਡ ਰਿਫਾਰਮਸ ਦੀ ਗੱਲ ਕੀਤੀ ਗਈ ਹੈ। 10th ਸ਼ਡਿਊਲ ਦੇ ਵਿੱਚ D ਫॉर ਡਿਫੈਕਸ਼ਨ, ਐਂਟੀ ਡਿਫੈਕਸ਼ਨ ਲਾਅ। ਠੀਕ ਹੈ ਜੀ, 10th ਸ਼ਡਿਊਲ ਹੈ ਜਿਸ ਨੂੰ 52nd ਅਮੈਂਡਮੈਂਟ 1985 ਦੇ ਕਰੀਬ 6 ਦੇ ਵਿੱਚ ਐਡ ਕੀਤਾ ਗਿਆ ਸੀ। 11 ਸ਼ਡਿਊਲ ਦੇ ਵਿੱਚ ਪੰਚਾਇਤ ਦੀ ਗੱਲ ਕੀਤੀ ਗਈ ਹੈ, ਜਿਸ ਨੂੰ 73rd ਅਮੈਂਡਮੈਂਟ 1992 ਦੇ ਨਾਲ ਕੀ ਦਿੱਤਾ ਗਿਆ ਸੀ, ਕਨਸਟੀਟਿਊਸ਼ਨ ਉਪਾਧੀ ਦਿੱਤੀ ਗਈ ਸੀ। M ਫॉर ਲਾਸਟ ਸ਼ਡਿਊਲ ਸਾਡਾ ਮਿਊਨਿਸਪੈਲਿਟੀਜ਼ ਦੀ ਗੱਲ ਕੀਤੀ ਗਈ ਹੈ 74th ਅਮੈਂਡਮੈਂਟ 1992 ਦੇ ਨਾਲ। ਸੋ ਇਹ ਸ਼ਡਿਊਲ ਸੀ, ਹੋਪਫੁਲੀ ਤੁਹਾਡਾ ਇੱਕ ਕਨਸੈਪਟ ਕਲੀਅਰ ਕੀਤਾ ਹੋਏਗਾ ਪਿਆ। ਨੈਕਸਟ ਕੁਐਸਚਨ ਹੈ, ਕਹਿੰਦੇ देयर वर 8 ਪ੍ਰਿੰਸਲੀ ਸਟੇਟ ਅੰਡਰ ਦਾ ਪੈਪਸੂ, ਵਿਚ ਵਨ ਆਫ ਦਾ ਨਾਟ ਪਾਰਟ ਆਫ ਪੈਪਸੂ। ਦੇਖੋ ਪੈਪਸੂ ਬਾਰੇ ਮੈਂ ਬਹੁਤ ਵਾਰ ਕਰਵਾ ਚੁੱਕੀ ਹਾਂ ਤੇ ਇਹ ਕੁਐਸਚਨ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ ਕਿ ਪੈਪਸੂ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰਿੰਸਲੀ ਸਟੇਟਸ ਹੈਗੀਆਂ ਨੇ। ਠੀਕ ਹੈ, ਤੇ ਪੁੱਛਿਆ ਗਿਆ ਕਿ ਕਿਹੜੀ ਨਹੀਂ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪੈਪਸੂ ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ, ਪੰਜਾਬ ਐਂਡ ਈਸਟ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਹੈ ਇਹਦੀ ਫੁੱਲ ਫਾਰਮ ਪੈਪਸੂ। ਪੈਪਸੂ ਬਣੀ ਕਦੋਂ ਸੀ, 1948 ਦੇ ਵਿੱਚ ਬਣੀ ਸੀ। ਜਦੋਂ ਬਣੀ ਸੀ ਉਹਦੇ ਵਿੱਚ ਕਿੰਨੀਆਂ ਲੈਜਿਸਲੇਟਿਵ ਅਸੈਂਬਲੀ ਦੀਆਂ ਸੀਟ ਸੀ, 60 ਲੈਜਿਸਲੇਟਿਵ ਅਸੈਂਬਲੀ ਦੀਆਂ ਸੀਟ ਸੀ। ਪਹਿਲਾ ਪ੍ਰੈਜ਼ੀਡੈਂਟ ਕੌਣ ਬਣਿਆ ਸੀ, ਗਿਆਨ ਸਿੰਘ ਰਾਰੇਵਾਲਾ। ਠੀਕ ਹੈ, ਰਾਰੇਵਾਲਾ ਪਹਿਲਾ ਪ੍ਰੈਜ਼ੀਡੈਂਟ ਬਣਿਆ ਸੀ। ਪਹਿਲਾ ਰਾਜ ਪ੍ਰਮੁੱਖ ਕੌਣ ਬਣਿਆ ਸੀ, ਮਹਾਰਾਜਾ ਆਫ ਪਟਿਆਲਾ ਯਾਦਵਿੰਦਰ ਸਿੰਘ ਬਣੇ ਸਨ। ਇਸ ਤੋਂ ਇਲਾਵਾ 1956 ਦੇ ਵਿੱਚ ਇਸ ਨੂੰ ਪੰਜਾਬ ਦੇ ਨਾਲ ਮਰਜ ਕਰ ਦਿੱਤਾ ਗਿਆ ਸੀ। ਇਸ ਦੀ ਕੈਪੀਟਲ ਸੀ ਪਟਿਆਲਾ ਤੇ ਇਹ 8 ਪ੍ਰਿੰਸਲੀ ਸਟੇਟਸ ਨੂੰ ਮਿਲ ਕੇ ਬਣੀ ਸੀ। ਉਹ ਕਿਹੜੀਆਂ-ਕਿਹੜੀਆਂ ਪ੍ਰਿੰਸਲੀ ਸਟੇਟ ਸੀ, ਗੱਲ ਕਰ ਲੈਂਦੇ ਆ। ਪਟਿਆਲਾ, ਜਿੰਦ, ਨਾਭਾ, ਨਾਲਾਗੜ੍ਹ, ਕਲਸੀਆਂ,
ਕਿਹੜਾ ਕਿਹੜਾ ਹੋ ਗਿਆ ਜੀ। ਨੈਕਸਟ ਹੈ ਜੀ ਸਾਡਾ ਫਰੀਦਕੋਟ 1 2 3 4 5 6 7 8 8 ਸਟੇਟ ਸੀ ਕਿਹੜੀਆਂ ਕਿਹੜੀਆਂ ਪਟਿਆਲਾ ਜਿੰਦ ਤੇ ਨਾਭਾ ਇਹ ਤਿੰਨੋਂ ਕੀ ਨੇ ਸਾਡੀਆਂ ਤੇ ਸੌਰੀ ਪਟਿਆਲਾ ਜਿੰਦ ਨਾਭਾ ਸਾਡਾ ਨਾਲਾਗੜ੍ਹ ਹੋ ਗਿਆ ਸਾਡਾ ਕਪੂਰਥਲਾ ਹੋ ਗਿਆ ਠੀਕ ਹੈ ਜੀ। तो ये 8 स्टेट्स ने मलेरकोटला हो गया साडा कलसियां हो गया मलेरकोटला हो गया ते फरीदकोट ये 8 स्टेट्स ने जिन्होंने मिलके की बनी सी पेप्सू बनी सी। सो ऑप्शन डी इज द राइट आंसर फिरोजपुर इज नॉट अ पार्ट ऑफ पेप्सू ठीक है फरीदकोट है फिरोजपुर नहीं है याद रखना है। नेक्स्ट क्वेश्चन है कहते किकली डांस इज एसोसिएटेड विद एक क्वेश्चन पूछा गया सी प्री पटवारी दे विच बहुत बेसिक जिहा क्वेश्चन है कहते जिहड़ा किकली डांस है ये किन्ना दे द्वारा परफॉर्म किया जाता है तो आई डोंट थिंक सो कोई बच्चा होएगा जिन्होंने ये नहीं पता होएगा कि किकली किन्ना दे द्वारा परफॉर्म किया जाता है। ऑप्शन बी है तो ये किन्ना दा डांस है ये है जी साडियां गर्ल्स दा डांस ऑप्शन बी इज अ राइट आंसर। नेक्स्ट क्वेश्चन है कहते दा पटियाला घराना इज एसोसिएटेड विद कहते जेड़ा एक भी बहुत बार एग्जाम दे विच पूछा गया कि जेड़ा पटियाला घराना है वो किस चीज दे नाल एसोसिएट है ऑप्शन ए म्यूजिक दे नाल एसोसिएट है ऑप्शन ए इज अ राइट आंसर। नेक्स्ट क्वेश्चन दे मूव करदे हैं। नेक्स्ट क्वेश्चन है जी साडा इन पंजाबी कल्चर व्हाट इज सरपेश यही भी बहुत बार एग्जाम दे विच पूछा गया कि सरपेश हुंदा की है। सब तो पहला तुहानूं पता होना चाहिए एक ऑर्नामेंट एक गहना है किन्ना दे द्वारा वीयर किया जाता है मेल्स दे द्वारा वीयर किया जाता है कित्थे वीयर किया जाता है टर्बन दे उत्ते लगाया जाता है। सो ऑर्नामेंट वॉर्न इन फ्रंट ऑफ टर्बन ऑप्शन ए इज अ राइट आंसर जो टर्बन दे उत्ते लगाया जाता है उसनूं की कहा जाता है सरपेश कहा जाता है ऑप्शन ए इज अ राइट आंसर। सो मूव टू नेक्स्ट क्वेश्चन है जी तुहाडे की पूछा गया कहंदे अरेंज क्रोनोलॉजिकल फॉर्म अर्लीयर टू द लेटर successors of Maharaja Ranjit Singh who was the founder of Sikh Empire in Punjab। देखो पंजाब महाराजा रणजीत सिंह दी जेड़े सक्सैसर हुए ने उन्होंने क्रोनोलॉजिकल ऑर्डर दे विच आपां की करना है अरेंज करना है। सबनों पता है कि महाराजा रणजीत सिंह जी दा बर्थ होया सी 1780 दे विच गुजरांवाला विखे 1799 दे विच उन्होंने लाहौर नूं जित्तिया सी 1801 ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪੰਜਾਬ ਦਾ ਰਾਜਾ ਘੋਸ਼ਿਤ ਕੀਤਾ ਸੀ। 1809 ਦੇ ਵਿੱਚ ਉਹਨਾਂ ਨੇ ਅੰਮ੍ਰਿਤਸਰ ਦੀ ਟ੍ਰੀਟੀ ਸਾਈਨ ਕੀਤੀ ਸੀ ਲਾਰਡ ਮਿੰਟੋ ਦੇ ਨਾਲ। 1818 ਦੇ ਵਿੱਚ ਉਹਨਾਂ ਨੇ ਮੁਲਤਾਨ ਨੂੰ ਜਿੱਤਿਆ ਸੀ। 1835 ਦੇ ਵਿੱਚ ਉਹਨਾਂ ਨੇ ਲਦਾਖ ਰੀਜਨ ਨੂੰ ਜਿੱਤਿਆ ਸੀ ਤੇ 1839 ਦੇ ਵਿੱਚ ਕੀ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਹੋ ਗਈ ਸੀ। ਸੋ ਇਹ ਈਅਰ ਇੰਪੋਰਟੈਂਟ ਨੇ ਕਿ ਕਿਹੜੇ ਕਿਹੜੇ ਐਕਟੀਵਿਟੀਜ਼ ਹੋਈਆਂ ਸੀ। ਹੁਣ ਗੱਲ ਕਰਦੇ ਆ ਕਿ ਉਹਨਾਂ ਦੀ ਮੌਤ ਤੋਂ ਬਾਅਦ ਕੌਣ-ਕੌਣ ਉਹਨਾਂ ਦੀ ਗੱਦੀ ਉਹਨਾਂ ਨੇ ਸੰਭਾਲੀ ਸੀ। ਉਹਨਾਂ ਦੀ ਸਭ ਤੋਂ ਪਹਿਲਾਂ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਸਨ ਸਰਦਾਰ ਖੜਕ ਸਿੰਘ ਠੀਕ ਹੈ ਖੜਕ ਸਿੰਘ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਸਨ ਜਿਨ੍ਹਾਂ ਦੀ ਮੌਤ ਤੋਂ ਬਾਅਦ ਬੈਠੇ ਜੀ ਗੱਦੀ ਦੇ ਉੱਤੇ ਨੌ ਨਿਹਾਲ ਸਿੰਘ ਖੜਕ ਸਿੰਘ ਦੇ ਪੁੱਤਰ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤੇ ਸਨ। ਉਹਨਾਂ ਦੀ ਮੌਤ ਤੋਂ ਬਾਅਦ ਬੀਬੀ ਚੰਦ ਕੌਰ ਬੈਠੇ ਸਨ ਗੱਦੀ ਦੇ ਉੱਤੇ ठीक है जी। बीबी चंद कौर वाज अ वाइफ ऑफ खड़क सिंह एंड मदर ऑफ नौ निहाल सिंह। चंद कौर दी मौत तो बाद शेर सिंह बैठे गद्दी दे उत्ते ते शेर सिंह दी मौत तो बाद सब तो उन्हां दे यंगेस्ट सन दलीप सिंह ठीक है जी। दलीप सिंह गद्दी दे उत्ते बैठे तां तुसीं इहनूं बहुत ईजिली क्रोनोलॉजिकल ऑर्डर दे विच अरेंज कर सकदे हो। सब तो पहला साडा सैकेंड आएगा सैकेंड ऑप्शन ए दे विच ही है तां ऑप्शन ए इज अ राइट आंसर ऑप्शन ए इज अ राइट आंसर। सो नेक्स्ट क्वेश्चन है The ancient name of the Satluj river is Satudri. The Satluj river originate in अगर ਆਪਾਂ ਰਿਵਰਸ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਰਿਵਰਸ ਦਾ ਪਤਾ ਹੋਣਾ ਚਾਹੀਦਾ ਕਿ ਕਿਹੜੀ ਰਿਵਰ ਹੈ ਕਿੱਥੋਂ ओरिजिनेट ਹੁੰਦੀ ਹੈ। ਤਾਂ ਉਹਨਾਂ ਨੇ ਪੁੱਛਿਆ ਹੀ ਹੈ ਕਿ ਦੇਖੋ ਸਤਲੁਜ ਰਿਵਰ ਦੀ ਗੱਲ ਕੀਤੀ ਜਾਵੇ ਤਾਂ ਸਤਲੁਜ ਰਿਵਰ ਸਾਡੀ ओरिजिनेट ਕਿੱਥੋਂ ਹੁੰਦੀ ਹੈ। ਇਹ ਸਾਡੀ ਰਿਵਰ ਹੁੰਦੀ ਹੈ ਜੀ ਤਿੱਬਤ ਦੇ ਵਿੱਚੋਂ। ਸਾਡੀ ਸਾਨੂੰ ਪਤਾ ਹੈ ਕਿ ਇੰਡਸ ਰਿਵਰ ਦੀਆਂ 5 ਟ੍ਰਿਬਿਊਟਰੀਜ਼ ਹੁੰਦੀਆਂ ਕਿਹੜੀਆਂ ਉਹ 5 ਟ੍ਰਿਬਿਊਟਰੀਜ਼ ਹੁੰਦੀਆਂ ਇੰਡਸ ਰਿਵਰ ਦੀਆਂ। ਸਭ ਤੋਂ ਪਹਿਲੀ ਜਹਿਲਮ ਹੁੰਦੀ ਹੈ ਫਿਰ ਚਨਾਬ ਹੈ ਫਿਰ ਰਾਵੀ ਹੈ ਫਿਰ ਬਿਆਸ ਹੈ ਤੇ ਦੈਨ ਸਤਲੁਜ ਹੈ। ਜੋ ਇੰਡਸ ਤੇ ਸਤਲੁਜ ਰਿਵਰ ਹੈ ਇਹ ਦੋਨੋਂ ਦੀਆਂ ਦੋਨੋਂ ਹੀ ਕਿੱਥੋਂ ओरिजिनेट ਹੁੰਦੀ ਹੈ ਤਿੱਬਤ ਦੇ ਵਿੱਚੋਂ ओरिजिनेट ਹੁੰਦੀ ਹੈ ਬਖਾਰਚੂ ਰੀਜਨ ਦੇ ਵਿੱਚੋਂ ਤੇ ਆਪਣਾ ਕਿੱਥੋਂ ਹੁੰਦੀ ਹੈ ਮਾਨਸਰੋਵਰ ਲੇਕ ਦੇ ਵਿੱਚੋਂ ਤੇ ਰਕਸ ਗਲੇਸ਼ੀਅਰ ਦੇ ਵਿੱਚੋਂ। ਆਪਸ਼ਨ
ਰਕਾਸ ਗਲੇਸ਼ੀਅਰ ਆਪਸ਼ਨ ਬੀ ਇਜ਼ ਅ ਰਾਈਟ ਆਂਸਰ। ਠੀਕ ਹੈ ਜੀ। ਇਸ ਤੋਂ ਇਲਾਵਾ ਦੇਖੋ ਇਹ ਤਾਂ ਹੋ ਗਈਆਂ ਸਾਡੇ ਇੰਡਸ ਤੇ ਸਤਲੁਜ ਰਿਵਰ, ਇਹ ਦੋਨੋਂ ਹੀ ਤਿੱਬਤ ਦੇ ਵਿੱਚ ਓਰੀਜਨੇਟ ਹੁੰਦੀਆਂ। ਬਿਆਸ, ਰਾਵੀ ਤੇ ਚਨਾਬ, ਇਹ ਤਿੰਨੋਂ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਓਰੀਜਨੇਟ ਹੁੰਦੀਆਂ। ਜੋ ਜਿਹਲਮ ਹੈ ਇਹ ਜੰਮੂ ਕਸ਼ਮੀਰ ਦੇ ਵਿੱਚ ਓਰੀਜਨੇਟ ਹੁੰਦੀ ਹੈ ਤੇ ਵੁਲਰ ਲੇਕ ਦੇ ਨਾਲ ਟੱਚ ਕਰਦੀ ਆਉਂਦੀ ਹੈ। ਠੀਕ ਹੈ ਜੀ। ਸੋ ਇਸ ਤੋਂ ਇਲਾਵਾ ਤੁਹਾਨੂੰ ਗੰਗਾ ਰਿਵਰ ਦਾ ਵੀ ਪਤਾ ਹੋਣਾ ਚਾਹੀਦਾ, ਬ੍ਰਹਮਪੁੱਤਰ ਦਾ ਰਿਵਰ ਦਾ। ਗੰਗਾ ਰਿਵਰ ਦੋ ਰਿਵਰਸ ਨੂੰ ਮਿਲ ਕੇ ਬਣਦੀ ਹੈ, ਅਲਕਨੰਦਾ ਰਿਵਰ ਤੇ ਬਾਗੀਰਥੀ ਰਿਵਰ। ਠੀਕ ਹੈ ਜੀ। ਉੱਥੋਂ ਫਾਰਮ ਹੁੰਦੀ ਸੀ ਸਾਡੀ ਗੰਗਾ, ਕਿਸ ਰੀਜ਼ਨ ਤੋਂ? ਦੇਵ ਪ੍ਰਯਾਗ ਤੋਂ। ਠੀਕ ਹੈ ਜੀ। ਦੇਵ ਪ੍ਰਯਾਗ ਤੋਂ ਓਰੀਜਨੇਟ ਹੁੰਦੀ ਹੈ, ਹਰਿਦੁਆਰ ਦੇ ਵਿੱਚ ਜਾ ਕੇ ਪਲੇਨ ਏਰੀਆਜ਼ ਦੇ ਵਿੱਚ ਆਉਂਦੀ ਹੈ, ਫਿਰ ਵੈਸਟ ਬੰਗਾਲ ਦੇ ਵਿੱਚ ਜਾ ਕੇ ਦੋ ਹਿੱਸਿਆਂ ਦੇ ਵਿੱਚ ਵੰਡ ਜਾਂਦੀ ਹੈ। ਕਿਹੜੇ ਕਿਹੜੇ ਹਿੱਸੇ ਨੇ? ਇੱਕ ਹੁਗਲੀ ਤੇ ਦੂਸਰਾ ਬਾਗੀਰਥੀ। ਆਫਟਰ ਦੈਟ ਇਹ ਬੰਗਲਾਦੇਸ਼ ਦੇ ਵਿੱਚ ਜਾਂਦੀ ਹੈ, ਬੰਗਲਾਦੇਸ਼ ਦੇ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਹੈ? ਪਦਮਾ ਕਿਹਾ ਜਾਂਦਾ ਹੈ। ਪਦਮਾ ਰਿਵਰ ਦੇ ਨਾਲ ਇਹ ਮਿਲ ਗੰਗਾ ਰਿਵਰ ਨੂੰ ਕੀ ਕਿਹਾ ਜਾਂਦਾ ਹੈ ਬੰਗਲਾਦੇਸ਼ ਦੇ ਵਿੱਚ? ਪਦਮਾ। ਤੇ ਬ੍ਰਹਮਪੁੱਤਰਾ ਨੂੰ ਬੰਗਲਾਦੇਸ਼ ਦੇ ਵਿੱਚ ਯਮੁਨਾ ਕਿਹਾ ਜਾਂਦਾ ਹੈ। ਤੇ ਯਮੁਨਾ ਤੇ ਪਦਮਾ ਮਿਲ ਕੇ ਇੱਕ ਨਵੀਂ ਰਿਵਰ ਓਰੀਜਨੇਟ ਕਰਦੀ ਹੈ, ਉਹਦਾ ਨਾਮ ਹੈ ਮੇਘਨਾ ਰਿਵਰ। ਠੀਕ ਹੈ ਜੀ। ਉਹਦਾ ਨਾਮ ਕੀ ਹੈ? ਮੇਘਨਾ ਰਿਵਰ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਦਾ ਬਲੈਕ ਬਗ, ਇਹ ਰੀਸੈਂਟਲੀ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਕਿ ਬਲੈਕ ਬਗ ਕਿ ਜਿਹੜਾ ਬਲੈਕ ਬਗ ਹੈ ਉਹ ਪੰਜਾਬ ਦੀ ਕਿਹੜੀ ਸੈਂਚੁਰੀ ਦੇ ਵਿੱਚ ਪਾਇਆ ਜਾਂਦਾ ਹੈ? ਇਹ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ ਤੇ ਰੀਸੈਂਟਲੀ ਹੀ ਪੁੱਛਿਆ ਗਿਆ ਸੀ। ਤਾਂ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ, ਅਬੋਹਰ ਸੈਂਚੁਰੀ ਦੇ ਵਿੱਚ। ਠੀਕ ਹੈ ਜੀ। ਅਬੋਹਰ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਜੋ ਸਾਡਾ ਕਾਲਾ ਹਿਰਨ ਹੈ, ਬਲੈਕ ਬਗ ਹੈ, ਉਹ ਪਾਇਆ ਜਾਂਦਾ ਹੈ। ਨੈਕਸਟ ਕੁਐਸਚਨ ਹੈ, ਦੇਖੋ ਇਹ ਰਾਈਟਿੰਗਸ ਨੇ ਪੰਜਾਬ ਦੀਆਂ ਜਿਨ੍ਹਾਂ ਨੂੰ ਮੈਚ ਕਰਨਾ ਹੈ ਕਿ ਕਿਹੜਾ ਕਿਸ ਰਾਈਟਿੰਗ ਦਾ ਆਥਰ ਹੈ। ਦੇਖੋ ਸਭ ਤੋਂ ਬੈਸਟ ਤਰੀਕਾ ਹੁੰਦਾ ਹੈ ਕੁਐਸਚਨ ਨੂੰ ਸੋਲਵ ਕਰਨ ਦਾ ਐਲੀਮੀਨੇਸ਼ਨ ਮੈਥਡ ਦੇ ਨਾਲ। ਮੇਨਲੀ ਕਿਹੜੇ ਕੁਐਸਚਨਸ ਨੂੰ? ਜੋ ਮੈਚ ਆਫ ਦਾ ਕਾਲਮ ਹੁੰਦੇ ਨੇ। ਦੇਖੋ ਜੇ ਕੁਝ ਨਹੀਂ, ਦੇਖੋ ਯੰਗਨਾਮਾ ਮੈਨੂੰ ਨਹੀਂ ਪਤਾ ਕਿੰਨੇ ਲਿਖਿਆ, ਮੈਨੂੰ ਨਹੀਂ ਪਤਾ ਜਪਜੀ ਸਾਹਿਬ ਕਿਸਨੇ ਲਿਖਿਆ, ਮੈਨੂੰ ਨਹੀਂ ਪਤਾ ਗੁਲਾਬ ਦਾ ਫੁੱਲ ਕਿਸਨੇ ਲਿਖਿਆ, ਬਟ ਮੈਨੂੰ ਇਹ ਤਾਂ ਪਤਾ ਦਿੱਲੀ ਦੀਆਂ ਗਲੀਆਂ ਅਮਰਤਾ ਪ੍ਰੀਤਮ ਨੇ ਲਿਖੀਆਂ ਸੀ। ਹਾਂਜੀ, ਤਾਂ ਪਹਿਲਾ ਆਪਸ਼ਨ ਗਿਆ ਤੇ ਆਪਣਾ ਆਈ ਥਿੰਕ ਸੋ ਫੋਰਥ ਆਪਸ਼ਨ ਗਿਆ। ਤੇ ਗੁਲਾਬ ਦਾ ਫੁੱਲ ਵੀ ਮੈਂ ਕੱਲ ਤੁਹਾਨੂੰ ਦੱਸਿਆ ਸੀ ਕਿ ਗੁਲਾਬ ਦਾ ਫੁੱਲ ਨਹੀਂ ਹੈ। ਤਾਂ ਨੈਕਸਟ ਆਪਾਂ ਗੱਲ ਕੀਤੀ ਜਪਜੀ ਸਾਹਿਬ, ਇਹ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਲਿਖਿਆ ਗਿਆ। ਤਾਂ ਹੁਣ ਤੁਸੀਂ ਦੇਖ ਲਓ ਕਿ ਫੋਰਥ ਦਾ ਡੀ ਹੋਵੇ ਤੇ ਸੈਕਿੰਡ ਦਾ ਕੀ ਹੋਵੇ? ਸੀ ਹੋਵੇ। ਇਹ ਦੇਖ ਲਓ ਇਹਨਾਂ ਦੋਨਾਂ ਦੇ ਵਿੱਚੋਂ ਕਿੱਥੇ ਹੈ? ਇੱਥੇ ਹੈ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਮੈਨੂੰ ਪਤਾ ਹੈ ਕਿ ਦਿੱਲੀ ਦੀਆਂ ਗਲੀਆਂ ਅਮਰਤਾ ਪ੍ਰੀਤਮ ਨੇ ਲਿਖੀਆਂ ਨੇ, ਮੈਨੂੰ ਇਹ ਵੀ ਪਤਾ ਹੈ ਕਿ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈ, ਤੇ ਹੁਣ ਮੈਨੂੰ ਪਤਾ ਲੱਗ ਗਿਆ ਕਿ ਗੁਲਾਬ ਦਾ ਫੁੱਲ ਭਾਈ ਵੀਰ ਸਿੰਘ ਨੇ ਲਿਖਿਆ ਹੈ। ਤਾਂ ਫਿਰ ਮੇਰੀ ਲਾਸਟ ਵਾਲੇ ਜਿਹੜੀ ਵੀਡੀਓ ਹੈ ਨਾ ਉਹਦੇ ਵਿੱਚ ਥੋੜੀ ਜਿਹੀ ਕਰੈਕਸ਼ਨ ਕਰ ਲਿਓ, ਇਹ ਕਰੈਕਸ਼ਨ ਕਰ ਲਿਓ। ਮੈਂ ਗੁਲਾਬ ਦਾ ਫੁੱਲ ਐਕਚੁਅਲ ਦੇ ਵਿੱਚ ਦੱਸਿਆ ਸੀ ਆਪਣੇ ਨਾਨਕ ਜਿਹੜੇ ਨਾਨਕ ਸਿੰਘ ਸੀ ਨੋਵਲਿਸਟ, ਸੋ ਭਾਈ ਵੀਰ ਸਿੰਘ ਨੇ ਲਿਖਿਆ, ਸੋ ਉਸ ਮਿਸਟੇਕ ਨੂੰ ਸਹੀ ਕਰ ਲਿਓ। ਗੁਲਾਬ ਦਾ ਫੁੱਲ ਭਾਈ ਵੀਰ ਸਿੰਘ ਨੇ ਲਿਖਿਆ। ਤੇ ਯੰਗਨਾਮਾ, ਇਹ ਬਹੁਤ ਵਾਰ ਐਗਜ਼ਾਮ ਦੇ ਪੁੱਛਿਆ ਗਿਆ ਹੈ ਕਿ ਯੰਗਨਾਮਾ ਸ਼ਾਹ ਹੁਸੈਨ ਨੇ ਲਿਖਿਆ। ਠੀਕ ਹੈ ਜੀ। ਗੁਰੂ ਨਾਨਕ ਦੇਵ ਜੀ ਦੀ ਆਲਮੋਸਟ ਆਪਾਂ ਰਚਨਾਵਾਂ ਕਰ ਚੁੱਕੇ ਹਾਂ, ਕਿਹੜੀਆਂ ਕਿਹੜੀਆਂ? 12 ਮਹਾ, ਸਿੱਧ ਗੋਸ਼ਟ, ਜਪਜੀ ਸਾਹਿਬ, ਕੀਰਤਨ ਸੋਹਿਲਾ। ਠੀਕ ਹੈ ਜੀ। ਦਖਣੀ ਓਂਕਾਰ, ਇਹੀ ਗੁਰੂ ਨਾਨਕ ਦੇਵ ਜੀ ਦੀ ਰਚਨਾ। ਅੰਮ੍ਰਿਤਾ ਪ੍ਰੀਤਮ ਦੀ ਆਟੋਬਾਇਓਗ੍ਰਾਫੀ ਕੀਤੀ ਹੈ, ਰਸੀਦੀ ਟਿਕਟ ਕੀਤੀ ਹੈ, ਦਿੱਲੀ ਦੀਆਂ ਗਲੀਆਂ ਕੀਤੀਆਂ, ਕਾਗਜ਼ ਤੇ ਕਨਵੈਂਸ ਕੀਤਾ, ਪਿੰਜਰ ਰਾਈਟਿੰਗ ਫੇਮਸ ਨੇ ਸਾਡੇ ਅੰਮ੍ਰਿਤਾ ਪ੍ਰੀਤਮ ਦੀਆਂ। ਭਾਈ ਵੀਰ ਸਿੰਘ ਕੌਣ ਸਨ? ਭਾਈ ਵੀਰ ਸਿੰਘ ਨੂੰ 1955 ਦੇ ਵਿੱਚ ਪਹਿਲੇ ਉਹ ਬੰਦੇ ਸਨ ਜਿਨ੍ਹਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ। ਭਾਈ ਵੀਰ ਸਿੰਘ ਇਜ਼ ਦਾ ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ। ਇਹਨਾਂ ਨੇ ਖਾਲਸਾ ਟਰੈਕਟ ਸੁਸਾਇਟੀ ਵੀ ਫਾਊਂਡ ਕੀਤੀ ਸੀ। ਠੀਕ ਹੈ ਜੀ। ਸੋ ਇੰਪੋਰਟੈਂਟ ਗੱਲਾਂ ਨੇ ਭਾਈ ਵੀਰ ਸਿੰਘ ਜੀ ਦੇ ਰਿਗਾਰਡਿੰਗ। ਨੈਕਸਟ ਕੁਐਸਚਨ ਹੈ, ਇਹ PSSB ਦੇ ਦੁਆਰਾ ਪੁੱਛਿਆ ਹੋਇਆ ਕੁਐਸਚਨ ਸੇਮ ਆਪਾਂ ਉਵੇਂ ਹੀ ਰੱਖਿਆ। ਕਿਹਦੇ ਵਿੱਚੋਂ? ਕਿ ਕਿਹੜਾ ਫੈਸਟੀਵਲ ਕਿੱਥੇ ਮਨਾਇਆ ਜਾਂਦਾ ਹੈ। ਬਹੁਤ ਵਾਰ ਇਹ PSSB ਦੇ ਵੱਲੋਂ ਪੁੱਛਿਆ ਹੋਇਆ ਕੁਐਸਚਨ ਹੀ ਹੈ। ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਮਾਗੀ ਦਾ ਮੇਲਾ, ਮੈਂ ਅੱਜ ਹੀ ਕਹਿ ਕੇ ਹਟੀਆਂ ਕਿ ਮਾਗੀ ਦਾ ਮੇਲਾ ਕਿੱਥੋਂ ਦਾ ਫੇਮਸ ਹੈ? ਮੁਕਤਸਰ ਸਾਹਿਬ ਦਾ। ਠੀਕ ਹੈ। ਮੁਕਤਸਰ ਸਾਹਿਬ ਦਾ ਮਾਗੀ ਦਾ ਮੇਲਾ ਕਿੱਥੋਂ ਦਾ ਫੇਮਸ ਹੈ? ਮੁਕਤਸਰ ਸਾਹਿਬ ਦਾ ਫੇਮਸ ਹੈ। ਅੱਗੇ ਹੈ ਜੀ ਸਾਡਾ ਰੂਰਲ ਸਪੋਰਟ, ਸਾਨੂੰ ਪਤਾ ਹੈ ਕਿੱਥੋਂ ਦਾ ਹੈ? ਕਿਲਾ ਰਾਏਪੁਰ ਦਾ। ਰੂਰਲ ਸਪੋਰਟ ਕਿਲਾ ਰਾਏਪੁਰ ਦੀਆਂ ਖੇਡਾਂ ਕਿਹਾ ਜਾਂਦਾ ਹੈ। ਹੋਲਾ ਮਹੱਲਾ ਭਾਜੀ ਪੜ੍ਹ ਕੇ ਹਟਿਆ, ਅਨੰਦਪੁਰ ਸਾਹਿਬ। ਛਪਾਰ ਦਾ ਮੇਲਾ, ਠੀਕ ਹੈ। ਦੇਖੋ ਆਪਾਂ ਅੱਜ ਗੱਲ ਕੀਤੀ ਹੈ ਛਪਾਰ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ? ਲੁਧਿਆਣਾ ਦੇ ਵਿੱਚ ਮਨਾਇਆ ਜਾਂਦਾ ਹੈ। ਜੋ ਜਰਗ ਦਾ ਮੇਲਾ ਉਹ ਜਲੰਧਰ ਦੇ ਵਿੱਚ ਮਨਾਇਆ ਜਾਂਦਾ ਸ਼ੀਤਲਾ ਮਾਤਾ ਦੀ ਯਾਦ ਦੇ ਵਿੱਚ, ਤੇ ਛਪਾਰ ਦਾ ਮੇਲਾ
ਗੁੱਗੇ ਪੀਰ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਠੀਕ ਹੈ, ਗੁੱਗੇ ਪੀਰ ਦੀ ਯਾਦ ਦੇ ਵਿੱਚ ਲੁਧਿਆਣਾ ਦੇ ਵਿੱਚ ਮਨਾਇਆ ਜਾਂਦਾ ਹੈ। ਤਾਂ ਤੁਸੀਂ ਦੇਖ ਲਓ ਆਨਸਰ ਕੀ ਹੋਏਗਾ। 1 ਦਾ ਹੋਏਗਾ ਸਾਡਾ ਸੀ। ਤਾਂ 1 ਦਾ ਸੀ ਕਿੱਥੇ ਹੈ, 2 ਆਪਸ਼ਨ ਦੇ ਵਿੱਚ ਹੈ। ਇਹ ਦੋਨੋਂ ਹੀ ਆਪਸ਼ਨ ਕੀ ਹੋ ਗਏ, ਐਲੀਮੀਨੇਟ ਹੋ ਗਏ। ਤਾਂ ਛਪਾਰ ਦਾ ਮੇਲਾ ਦੇਖੋ 1 ਸੀ ਹੋਏਗਾ ਤੇ ਸੈਕਿੰਡ ਸਾਡਾ ਕੀ ਹੋਏਗਾ, ਡੀ ਹੋਏਗਾ, ਦੋਨਾਂ ਦੇ ਵਿੱਚ ਹੈ। ਹੋਲਾ ਮਹੱਲਾ ਤਾਂ 3rd ਦਾ ਹੋਏਗਾ ਬੀ। ਤਾਂ ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਐਲੀਮੀਨੇਸ਼ਨ ਮੈਥਡ ਦੇ ਨਾਲ ਕੁਐਸਚਨ ਨੂੰ ਅਟੈਂਪਟ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਨੈਕਸਟ ਕੁਐਸਚਨ ਹੈ ਜੀ ਸਾਡਾ, ਇਹ ਦਿਖ ਨਹੀਂ ਰਿਹਾ ਬਟ ਇੰਪੋਰਟੈਂਟ ਕੁਐਸਚਨ ਸੀ, ਸੋ ਦੈਟਸ ਵਾਈ ਮੈਂ ਰੱਖਿਆ। ਕਹਿੰਦੇ ਇਨ ਪੰਜਾਬ 3 ਸਿਵਲ ਐਵੀਏਸ਼ਨ ਕਲੱਬਸ ਆਰ। ਇਹ ਵੀ 2021 ਦੇ ਵਿੱਚ ਪੁੱਛਿਆ ਗਿਆ ਸੀ, ਤਾਂ ਹੀ ਮੈਂ ਕੁਐਸਚਨ ਰੱਖਿਆ। ਇਹ PSSB ਵੱਲੋਂ ਕੁਐਸਚਨ ਪੁੱਛਿਆ ਗਿਆ ਹੈ। ਕੁਐਸਚਨ ਕੀ ਹੈ ਕਿ ਪੰਜਾਬ ਦੇ ਵਿੱਚ 3 ਐਵੀਏਸ਼ਨ ਕਲੱਬਸ ਨੇ, ਉਹ ਕਿੱਥੇ ਨੇ। ਤਾਂ ਟਿਪਸ ਤੇ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ 3 ਐਵੀਏਸ਼ਨ ਕਲੱਬ ਕਿੱਥੇ ਕਿੱਥੇ ਨੇ। ਇੱਕ ਸਾਡਾ ਹੈਗਾ ਲੁਧਿਆਣੇ ਦੇ ਵਿੱਚ, ਇੱਕ ਸਾਡਾ ਅੰਮ੍ਰਿਤਸਰ ਤੇ ਤੀਸਰਾ ਸਾਡਾ ਪਟਿਆਲੇ ਦੇ ਵਿੱਚ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਇਹ PSSB ਵੱਲੋਂ ਜਿਵੇਂ ਪੁੱਛੇ ਗਏ ਨੇ ਉਵੇਂ ਐਸਟੀਜ਼ ਰੱਖੇ ਨੇ, ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ ਦੇ ਵਿੱਚ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਹੋਪਫੁਲੀ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਹੋਏਗੀ ਤੇ ਆਪਣੇ ਰਿਵਿਊ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ।